ਧੰਨ ਵਾਹਿਗੁਰੂ ਸਾਹਿਬ ਜੀ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮਹਿ ਚੂਕ। ਅੰਧੇ ਏਕ ਨਾ ਲਾਗਈ, ਜਿਉ ਬਾਂਸ ਬਜਾਈਐ ਫੂਕ। ਪਰਮ ਸਨਮਾਨਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਵਿਚਾਰ ਨੂੰ ਸੁਣ ਰਹੇ ਸਤਿਕਾਰਯੋਗ ਸਤ ਸੰਗੀ ਜਨੋ, ਜਿਸ ਪਾਵਨ ਸ਼ਲੋਕ ਦਾ ਪਾਠ ਹੁਣੇ ਆਪ ਜੀ ਨੇ ਸਰਵਣ ਕੀਤਾ ਹੈ, ਇਹ ਪਾਵਨ ਸ਼ਲੋਕ ਬਾਬਾ ਕਬੀਰ ਜੀ ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1372 ਉੱਪਰ ਸੁਭਾਇਮਾਨ ਹੈ। ਬਾਬਾ ਕਬੀਰ ਸਾਹਿਬ ਜੀ ਨੇ ਇਹਨਾਂ ਪਾਵਨ ਬਚਨਾਂ ਦੇ ਅੰਦਰ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਜੇ ਸਿੱਖਣ ਵਾਲਾ ਸਿਖਿਆਰਥੀ ਹੀ ਸਿੱਖਣ ਲਈ ਤਿਆਰ ਨਹੀਂ ਹੈ, ਜੇ ਸਿੱਖਣ ਵਾਲਾ ਸਿਖਿਆਰਥੀ ਹੀ ਮਨੋਂ ਗੁਰੂ ਦੇ ਨਾਲ ਨਹੀਂ ਜੁੜਿਆ ਤੇ ਉੱਥੇ ਸੱਚਾ ਗੁਰੂ ਵੀ ਕੀ ਕਰ ਸਕਦਾ ਹੈ, ਜਿੱਥੇ ਵਿਦਿਆਰਥੀ ਦੇ ਵਿੱਚ ਹੀ ਉਕਾਈ ਹੋਵੇ, ਜਿੱਥੇ ਸਿੱਖਣ ਵਾਲੇ ਦੇ ਵਿੱਚ ਹੀ ਘਾਟ ਹੋਵੇ। ਇਸ ਸ਼ਲੋਕ ਨੂੰ ਸੁਚੱਜੇ ਤਰੀਕੇ ਦੇ ਨਾਲ ਆਪਾਂ ਖੋਲਾਂਗੇ, ਸਮਝਣ ਦਾ ਯਤਨ ਕਰਨਾ ਭਾਗਾਂ ਵਾਲਿਓ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਓ ਫਤਿਹ ਦੀ ਸਾਂਝ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਕਿੰਨੇ ਬਚਨ ਬਾਬਾ ਕਬੀਰ ਸਾਹਿਬ ਜੀ ਨੇ ਸਾਡੇ ਸਾਹਮਣੇ ਰੱਖੇ ਨੇ, ਕਿੰਨੇ ਪਿਆਰੇ ਬਚਨ ਨੇ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਉਥੇ ਸੱਚਾ ਸਤਿਗੁਰੂ ਵੀ ਕੀ ਕਰ ਸਕਦਾ ਹੈ। ਜੋ ਸਿੱਖਾਂ ਮਹਿ ਚੂਕ, ਜਦੋਂ ਸਿੱਖਣ ਵਾਲੇ ਦੇ ਵਿੱਚ ਹੀ ਉਕਾਈ ਹੋਵੇ, ਸਿੱਖਣ ਵਾਲੇ ਦੇ ਵਿੱਚ ਹੀ ਘਾਟ ਹੋਵੇ, ਉੱਥੇ ਸੱਚਾ ਗੁਰੂ ਵੀ ਕੀ ਕਰ ਸਕਦਾ ਹੈ। ਭਾਗਾਂ ਵਾਲਿਓ, ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹੋਗੇ, ਥਾਂ ਥਾਂ ਤੇ ਜ਼ਿਕਰ ਆਉਂਦਾ ਹੈ ਸੱਚੇ ਗੁਰੂ ਦਾ, ਪੂਰੇ ਗੁਰੂ ਦਾ, ਕਿਉਂਕਿ ਗੁਰੂ ਵੀ ਅਧੂਰਾ ਹੋ ਸਕਦਾ ਹੈ, ਗੁਰੂ ਵੀ ਮਾੜਾ ਹੋ ਸਕਦਾ ਹੈ, ਪਰ ਜਦੋਂ ਗੁਰਬਾਣੀ ਨੇ ਗੱਲ ਕੀਤੀ ਹੈ ਉਦੋਂ ਪੂਰੇ ਗੁਰੂ ਦੀ ਗੱਲ ਕੀਤੀ ਹੈ। ਗੁਰ ਪੂਰੇ ਮੇਰੀ ਰਾਖ ਲਈ, ਪੂਰਾ ਲਫ਼ਜ਼ ਬੜੇ ਪ੍ਰਕਾਰ ਦੇ ਨਾਲ ਗੁਰੂ ਦੇ ਨਾਲ ਗੁਰਬਾਣੀ ਦੇ ਵਿੱਚ ਆਇਆ ਹੈ, ਸੱਚਾ ਲਫ਼ਜ਼ ਆਇਆ ਹੈ। ਹੁਣ ਜਿੱਥੇ ਗੁਰੂ ਦੇ ਨਾਲ ਪੂਰਾ ਆਇਆ, ਉੱਥੇ ਸਿੱਖ ਵੀ ਆਪਣੇ ਆਪ ਵਿੱਚ ਪੂਰਾ ਹੈ। ਸਿੱਖ ਲਫ਼ਜ਼ ਗੁਰੂ ਸਾਹਿਬਾਨ ਨੇ ਵਰਤਿਆ ਹੀ ਉਸ ਲਈ ਹੈ ਜਿਹੜਾ ਅਸਲੀਅਤ ਦੇ ਵਿੱਚ ਪੂਰਾ ਹੈ, ਜਿਹੜਾ ਅਸਲੀਅਤ ਦੇ ਅੰਦਰੋਂ ਸਿੱਖ ਹੈ। ਤੁਸੀਂ ਭਾਗਾਂ ਵਾਲਿਓ ਜਦੋਂ ਸਿੱਖ ਰਹਿਤ ਮਰਿਆਦਾ ਪੜ੍ਹਦੇ ਹੋ, ਸ੍ਰੀ ਅਕਾਲ ਤਖਤ ਸਾਹਿਬ ਤੋਂ ਲਾਗੂ ਹੋਈ ਸਿੱਖ ਰਹਿਤ ਮਰਿਆਦਾ, ਉਹਦੇ ਪਹਿਲੇ ਪੰਨੇ ਤੇ ਜਦੋਂ ਤੁਸੀਂ ਪੜ੍ਹੋਗੇ ਤੇ ਸਿੱਖ ਦੀ ਤਾਰੀਫ ਲਿਖਿਆ ਆਉਂਦਾ ਹੈ। ਉਹਦੇ ਵਿੱਚ ਬੜੇ ਪਿਆਰੇ ਬਚਨ ਨੇ, ਮੈਂ ਤੁਹਾਡੇ ਸਾਹਮਣੇ ਪੜ੍ਹ ਕੇ ਸੁਣਾਵਾਂਗਾ, ਹੂ ਬਹੂ ਤੁਹਾਨੂੰ ਸਮਝ ਆ ਜਾਏਗਾ ਸਿੱਖ ਅਸਲੀਅਤ ਵਿੱਚ ਹੁੰਦਾ ਕੀ ਹੈ। ਜੋ ਇਸਤਰੀ ਜਾਂ ਪੁਰਸ਼, ਇੱਕ ਅਕਾਲ ਪੁਰਖ, 10 ਗੁਰੂ ਸਾਹਿਬਾਨ, ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, 10 ਗੁਰੂ ਸਾਹਿਬਾਨ ਦੀ ਬਾਣੀ ਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਤੇ ਨਿਸ਼ਚਾ ਰੱਖਦਾ ਹੋਵੇ ਤੇ ਹੋਰ ਕਿਸੇ ਧਰਮ ਨੂੰ ਨਾ ਮੰਨਦਾ ਹੋਵੇ, ਉਹ ਸਿੱਖ ਹੈ। ਹੁਣ ਸਿੱਧੇ ਤੇ ਸਪਸ਼ਟ ਲਫ਼ਜ਼ ਇਹਦੇ ਵਿੱਚ ਕਲੀਅਰ ਨੇ। ਇਹ ਸਿੱਖ ਦੀ ਤਾਰੀਫ ਹੈ, ਸਿੱਖ ਦੇ ਗੁਣ। ਅਸੀਂ ਪੱਗ ਬੰਨ੍ਹਦੇ ਹਾਂ, ਅਸੀਂ ਆਪਣੇ ਕੇਸਾਂ ਦੀ ਸੰਭਾਲ ਕਰਦੇ ਹਾਂ, ਅਸੀਂ ਖੰਡੇ ਕੀ ਪੌਲ ਵੀ ਛਕੀ ਹੈ, ਪਰ ਜੇ ਸਾਡੇ ਅੰਦਰ ਗੁਰਬਾਣੀ ਵਾਲੀ ਵਿਚਾਰ ਨਹੀਂ ਹੈ, ਜੇ ਸਾਡੇ ਅੰਦਰ ਸਿੱਖੀ ਵਾਲੇ ਜਜ਼ਬਾਤ ਨਹੀਂ ਹੈ, ਤੇ ਮੁਆਫ ਕਰਨਾ, ਤੁਸੀਂ ਭਾਗਾਂ ਵਾਲਿਓ ਕਿਸੇ ਦੀ ਦਸਤਾਰ ਵੇਖ ਕੇ, ਕਿਸੇ ਦੇ ਕੇਸ ਵੇਖ ਕੇ, ਕਿਸੇ ਨੂੰ ਅੰਮ੍ਰਿਤ ਛਕਿਆ ਵੇਖ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਸਿੱਖ ਹੈ।
ਕਿਉਂਕਿ ਉਹਨੇ ਗੁਰੂ ਵਾਲੀ ਸਿੱਖਿਆ ਨੂੰ ਗ੍ਰਹਿਣ ਹੀ ਨਹੀਂ ਕੀਤਾ ਹੋਇਆ। ਉਹ ਤਾਂ ਖੋਤੇ ਤੇ ਸ਼ੇਰ ਵਾਲੀ ਖੱਲ ਹੈ। ਖੋਤੇ ਤੇ ਸ਼ੇਰ ਵਾਲੀ ਖੱਲ। ਇਹੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਝਾਈ ਸੀ। ਸੱਚੇ ਪਾਤਸ਼ਾਹ ਜੀ ਨੇ ਸ਼ਿਕਾਰ ਕੀਤਾ ਹੋਇਆ ਸੀ ਤੇ ਜਿਹੜੀ ਸ਼ੇਰ ਦੀ ਖੱਲ ਲੱਥੀ ਸੀ ਉਹ ਇੱਕ ਖੋਤੇ ਤੇ ਪਾ ਕੇ ਛੱਡ ਦਿੱਤਾ। ਲੋਕ ਡਰੇ, ਇੰਨੇ ਡਰੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ, ਮਹਾਰਾਜ ਕੋਈ ਹੱਲ ਕਰੋ। ਸੱਚੇ ਪਾਤਸ਼ਾਹ ਜੀ ਕਹਿੰਦੇ ਕੀ ਹੋਇਆ ਹੈ? ਮਹਾਰਾਜ ਕਹਿੰਦੇ ਕੀ ਹੋਇਆ ਹੈ? ਸੰਗਤ ਕਹਿੰਦੀ ਮਹਾਰਾਜ ਹੱਲ ਕਰੋ, ਕੋਈ ਸ਼ੇਰ ਫਿਰ ਰਿਹਾ, ਸਾਨੂੰ ਡਰ ਲੱਗਦਾ ਕਿਤੇ ਕਿਸੇ ਨੂੰ ਖਾ ਨਾ ਜਾਵੇ। ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਭੇਜਿਆ, ਫੜ ਕੇ ਲਿਆਂਦਾ ਤੇ ਗੁਰਦੇਵ ਪਾਤਸ਼ਾਹ ਜੀ ਨੇ ਉੱਥੇ ਸਮਝਾਉਣ ਦਾ ਯਤਨ ਕੀਤਾ ਉਹਨਾਂ ਲੋਕਾਂ ਨੂੰ ਤੇ ਖੱਲ ਲਾ ਕੇ ਦਿਖਾ ਦਿੱਤਾ ਕਿ ਇਹ ਸ਼ੇਰ ਨਹੀਂ ਹੈ, ਇਹ ਖੋਤਾ ਹੈ। ਤੁਸੀਂ ਤਾਂ ਸ਼ੇਰ ਦੀ ਖੱਲ ਵੇਖ ਕੇ ਡਰੀ ਜਾਂਦੇ ਸੀ, ਵਿੱਚੋਂ ਤਾਂ ਖੋਤਾ ਨਿਕਲਿਆ। ਇਹੀ ਸਮਝਾਉਣ ਦਾ ਯਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤਾ ਕਿ ਭਲਿਓ ਸਿੱਖੋ, ਕਿਸੇ ਦੀ ਦਿੱਖ ਵੇਖ ਕੇ ਨਾ ਇਹ ਸੋਚ ਲਿਓ ਕਿ ਇਹ ਵਾਕਿਆ ਹੀ ਸਿੱਖ ਹੈ, ਇਹ ਵਾਕਿਆ ਹੀ ਭਲਾ ਮਾਨਸ ਬੰਦਾ ਹੈ, ਸਾਡੀ ਦਸਤਾਰ ਸਾਡੀ ਪਹਿਚਾਣ ਹੈ। ਪਰ ਜਦੋਂ ਸਾਡੇ ਅੰਦਰ ਸਿੱਖੀ ਵਾਲੀ ਵਿਚਾਰ ਆਏਗੀ, ਜਦੋਂ ਸਾਡੇ ਅੰਦਰ ਗੁਰਬਾਣੀ ਵਾਲੀਆਂ ਕਦਰਾਂ ਕੀਮਤਾਂ ਆਉਣਗੀਆਂ, ਸਾਡੇ ਕੰਮ ਚੰਗੇ ਹੋਣਗੇ ਤੇ ਵਾਕਿਆ ਹੀ ਸਿੱਖ ਦਿੱਖ ਨਹੀਂ ਰਹੇਗੀ, ਕਿਰਦਾਰ ਸਿੱਖ ਬਣ ਜਾਏਗਾ। ਨਹੀਂ ਤੇ ਜਿਹੜੀ ਗੱਲ ਕਹੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਖੋਤੇ ਤੇ ਸ਼ੇਰ ਵਾਲੀ ਗੱਲ ਹੈ। ਜੇ ਸਿਰਫ ਸਾਡੇ ਕੋਲ ਸਾਡੀ ਦਿੱਖ ਹੈ ਤੇ ਤੁਸੀਂ ਅੱਜ ਉਹ ਸਿੱਖਾਂ ਦਾ ਅੰਦਾਜ਼ਾ ਲਾ ਕੇ ਵੇਖ ਸਕਦੇ ਹੋ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਇੱਕ ਕੰਨ ਰਾਹੀਂ ਸੁਣਿਆ ਤੇ ਦੂਜੇ ਰਾਹੀਂ ਕੱਢ ਦਿੱਤਾ। ਇਹੀ ਗੱਲ ਬਾਬਾ ਕਬੀਰ ਜੀ ਕਰ ਰਹੇ ਨੇ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਉਥੇ ਸੱਚਾ ਗੁਰੂ ਵੀ ਕੀ ਕਰ ਸਕਦਾ ਹੈ। ਜੋ ਸਿੱਖਾਂ ਮਹਿ ਚੂਕ, ਜਦੋਂ ਸਿੱਖਾਂ ਦੇ ਵਿੱਚ ਹੀ ਉਕਾਈ ਹੋਵੇ, ਘਾਟ ਸਿਖਿਆਰਥੀ ਦੇ ਵਿੱਚ ਹੀ ਹੋਵੇ, ਸਿੱਖਣ ਵਾਲੇ ਦੇ ਵਿੱਚ ਹੀ ਹੋਵੇ, ਉਥੇ ਪੜਾਉਣ ਵਾਲਾ, ਸਿੱਖਿਆ ਦੇਣ ਵਾਲਾ ਸੱਚਾ ਗੁਰੂ ਵੀ ਕੀ ਕਰ ਸਕਦਾ ਹੈ। ਅੰਦੇ ਏਕ ਨਾ ਲਾਗਈ, ਅੰਨੇ ਮਨੁੱਖ, ਗਿਆਨਹੀਣੇ ਮਨੁੱਖ ਇੱਕ ਨਾਲ ਨਹੀਂ ਲੱਗਦੇ, ਇੱਕ ਅਕਾਲ ਪੁਰਖ ਨਾਲ ਨਹੀਂ ਜੁੜਦੇ। ਜਿਉਂ ਬਾਂਸ ਬਜਾਈਐ ਫੂਕ, ਜਿਵੇਂ ਬਾਂਸ ਦੀ ਬਣੀ ਹੋਈ ਬਾਂਸਰੀ ਹੈ ਤੇ ਇੱਕ ਲੱਕੜ ਦਾ ਟੁਕੜਾ, ਵਜਾਉਣ ਵਾਲਾ ਉਹਦੇ ਵਿੱਚ ਹਵਾ ਭਰਦਾ ਹੈ ਤੇ ਉਹ ਹਵਾ ਦੂਜੇ ਸੁਰਾਖਾਂ ਰਾਹੀਂ ਬਾਹਰ ਨਿਕਲ ਜਾਂਦੀ ਹੈ। ਐਵੇਂ ਜਿਹੜੇ ਉਕਾਈ ਵਾਲੇ ਸਿੱਖ ਨੇ, ਸਿਖਿਆਰਥੀ ਨੇ, ਉਹ ਇੱਕ ਕੰਨ ਥਾਣੀ ਗੁਰੂ ਦੀ ਸਿੱਖਿਆ ਸੁਣਦੇ ਨੇ, ਦੂਜੇ ਥਾਣੀ ਕੱਢ ਦਿੰਦੇ ਨੇ, ਅਮਲ ਨਹੀਂ ਕਰਦੇ। ਤੇ ਭਾਗਾਂ ਵਾਲੇ ਸਿੱਖੋ, ਇਹ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾਉਣਾ ਛੱਡ ਦਿਓ। ਸਾਡਾ ਕਿਰਦਾਰ, ਦਸਤਾਰ, ਅਸੀਂ ਕੇਸਾਂ ਦੀ ਸੰਭਾਲ ਕਰਦੇ ਹਾਂ, ਸਿੱਖ ਹਾਂ, ਇਹ ਬਹੁਤ ਜ਼ਰੂਰੀ ਹੈ। ਅਸੀਂ ਦਸਤਾਰ ਬੰਨਣਾ ਸਿੱਖ ਲਈ ਬੜਾ ਜ਼ਰੂਰੀ ਹੈ, ਅੰਮ੍ਰਿਤ ਛਕਣਾ ਸਿੱਖ ਲਈ ਬਹੁਤ ਜ਼ਰੂਰੀ ਹੈ, ਕੇਸਾਂ ਦੀ ਸੰਭਾਲ ਕਰਨਾ ਬਹੁਤ ਜ਼ਰੂਰੀ ਹੈ। ਪਰ ਭਾਗਾਂ ਵਾਲਿਓ, ਇਹਦੇ ਨਾਲ ਨਾਲ ਸਭ ਤੋਂ ਜ਼ਰੂਰੀ ਹੈ ਗੁਰੂ ਦੀ ਸਿੱਖਿਆ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ ਉਸ ਸਿੱਖਿਆ ਤੇ ਅਮਲ ਕਰਕੇ ਚੱਲਣਾ। ਇਹ ਸਭ ਤੋਂ ਵੱਧ ਜ਼ਰੂਰੀ ਹੈ। ਤੇ ਤੁਸੀਂ ਭਾਗਾਂ ਵਾਲਿਓ ਇਸ ਗੱਲ ਦਾ ਅੰਦਾਜ਼ਾ ਲਾਉਣਾ ਛੱਡ ਦਿਓ ਕਿ ਹਰ ਇੱਕ ਦਸਤਾਰ ਵਾਲਾ, ਹਰ ਇੱਕ ਦਾੜੇ ਕੇਸ ਵਾਲਾ ਸਿੱਖ ਹੈ। ਕਿਉਂਕਿ ਜੇ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾਉਂਦੇ ਹੋ ਤੇ ਭਾਗਾਂ ਵਾਲਿਓ, ਉਹ ਉਹਨਾਂ ਲੋਕਾਂ ਨੂੰ ਕਿੱਧਰ ਰੱਖੋਗੇ ਜਿਹੜੇ ਦਸਤਾਰਾਂ ਬੰਨ ਕੇ, ਦਾੜੇ ਕੇਸ ਰੱਖ ਕੇ ਸਿੱਖੀ ਦੀ ਵਿਚਾਰਧਾਰਾ ਤੋਂ ਉਲਟ ਕੰਮ ਕਰਦੇ ਨੇ, ਕੌਮ ਦੀ ਪਿੱਠ ਦੇ ਵਿੱਚ ਛੁਰਾ ਖੋਪਦੇ ਨੇ। ਉਹਨਾਂ ਲੋਕਾਂ ਨੂੰ ਕਿੱਥੇ ਰੱਖੋਗੇ? ਤੁਸੀਂ ਉਹਨਾਂ ਨੂੰ ਕਿੱਥੇ ਰੱਖੋਗੇ ਜਿਨ੍ਹਾਂ ਦੀ ਦਿੱਖ ਸਿੱਖੀ ਵਾਲੀ ਹੈ ਤੇ ਸਿੱਖੀ ਕਿਰਦਾਰ ਤੋਂ ਉਲਟ ਗੱਲਾਂ ਕਰਦੇ ਨੇ, ਕੰਮ ਉਲਟ ਕਰਦੇ ਨੇ। ਹੱਥਾਂ ਤੇ ਧਾਗੇ ਤਵੀਤ ਬੰਨੇ ਹੋਏ ਨੇ, ਗਲਾਂ 'ਚ ਧਾਗੇ ਤਵੀਤ ਪਾਏ ਨੇ, ਡੋਲਿਆਂ ਤੇ ਬੰਨੇ ਨੇ, ਲੱਤਾਂ ਤੇ ਬੰਨੇ ਨੇ। ਉਹਨਾਂ ਨੂੰ ਕਿੱਥੇ ਰੱਖੋਗੇ ਭਾਗਾਂ ਵਾਲਿਓ? ਜਿਹੜੇ ਦਸਤਾਰ ਬੰਨ ਕੇ ਹਵਨ ਜਗ ਕਰਦੇ ਨੇ, ਜਿਹੜੇ ਦਸਤਾਰ ਬੰਨ ਕੇ ਮੂਰਤੀਆਂ ਦੀਆਂ, ਪੱਥਰਾਂ ਦੀਆਂ ਪੂਜਾ ਕਰਦੇ ਨੇ, ਉਹਨਾਂ ਨੂੰ ਕਿੱਥੇ ਰੱਖੋਗੇ ਜਦੋਂ ਸਿੱਖੀ ਵਾਲਾ ਕਿਰਦਾਰ ਉਹਨਾਂ ਵਿੱਚ ਹੈ ਹੀ ਨਹੀਂ।
ਭਾਗਾਂ ਵਾਲੇ ਸਿੱਖੋ, ਉਹਨਾਂ ਲੋਕਾਂ ਨੂੰ ਕਿੱਥੇ ਰੱਖੋਗੇ ਜਿਹੜੇ ਦਸਤਾਰ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਥਾਲੀ ਦੇ ਵਿੱਚ ਦੀਵੇ ਟਿਕਾ ਕੇ ਆਰਤੀਆਂ ਕਰਦੇ ਫਿਰਦੇ ਨੇ। ਉਹਨਾਂ ਨੂੰ ਕਿੱਥੇ ਰੱਖੋਗੇ ਜਦੋਂ ਬਾਣੀ ਦੇ ਵਿਚਾਰ ਉਹਨਾਂ ਵਿੱਚ ਹੈ ਹੀ ਨਹੀਂ। ਜਿਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੰਦਿਰ ਦੇ ਵਿੱਚ ਜਾ ਕੇ ਆਰਤੀ ਕਰਨ ਵਾਲਿਆਂ ਨੂੰ ਕਿਹਾ ਸੀ, ਕਿਸ ਦੀ ਆਰਤੀ ਕਰ ਰਹੇ ਜੇ? ਜਿਸ ਰੱਬ ਦੀ ਆਰਤੀ ਕਰਨੀ ਹੈ ਉਹ ਤੇ ਹੋ ਰਹੀ ਹੈ। ਗगन में थाल राव चांद दीपक बने, तारिका मंडल जनक मोती, धूप मल्याण लो पवन चवरो करे, सगल बन राय फुलंत ज्योति, कैसी आरती होए पव खंडना, तेरी आरती अनहता शब्द वजंत पेरी। जिन्हां अंदर बाणी दी विचार ये गल टिकी नहीं, देख सिखां वाली बना के गुरु ग्रंथ साहिब जी दे अगे गुरु नूं चढ़ाउण दे लई उसे ही थाली दे विच दीवे रख के आरती करदे ने। इन्हां नूं किथे रखांगे? उन्हां लोकां नूं किथे रखांगे ਜਿਹੜੇ ਮੂਰਤੀਆਂ ਤੇ ਆਪਣੇ ਬੁੱਤ ਬਣਾ ਕੇ, ਕਾਗਜ਼ ਦੇ ਬੁੱਤ ਬਣਾ ਕੇ ਪੱਥਰਾਂ ਦੀ ਪੂਜਾ ਕਰਦੇ ਨੇ, ਜਿਨ੍ਹਾਂ ਦੇ ਬਾਬਤ ਬਾਣੀ ਨੇ ਕਹਿ ਦਿੱਤਾ ਸੀ, ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਰਨਾਈ, ਓਏ ਲੈ ਜ਼ਾਰੇ ਓਏ ਲੈ ਗਾਡੇ, ਤੇਰੀ ਗੱਤ ਦਹੂ ਨਾ ਪਾਈ। ਇਹਨਾਂ ਲੋਕਾਂ ਨੂੰ ਕਿੱਥੇ ਰੱਖਾਂਗੇ? ਇਹ ਕਿਰਪਾਨਾਂ ਪਾ ਕੇ, ਦਸਤਾਰਾਂ ਬੰਨ ਕੇ ਪੰਡਤ ਨੂੰ ਹੱਥ ਵਿਖਾਉਂਦੇ ਫਿਰਦੇ ਨੇ। ਕੀ ਭਾਗਾਂ ਵਾਲੇ ਉਹਨੂੰ ਸਿੱਖ ਮੰਨੋਗੇ? ਜਿਹੜਾ ਦਸਤਾਰ ਬੰਨ ਕੇ ਅੰਮ੍ਰਿਤ ਛਕ ਕੇ ਅਫਸਰ ਹੈ ਤੇ ਟੇਬਲ ਦੇ ਥੱਲੇ ਉਹਦੀ ਰਿਸ਼ਵਤ ਲੈ ਰਿਹਾ, ਕੀ ਉਹਨੂੰ ਸਿੱਖ ਮੰਨੋਗੇ? ਜਿਹੜਾ ਬੰਦਾ ਦੁਕਾਨ ਤੇ ਬਹਿ ਕੇ ਬੇਈਮਾਨੀ ਕਰ ਰਿਹਾ, ਝੂਠ ਬੋਲ ਰਿਹਾ, ਕੀ ਉਹਨੂੰ ਸਿੱਖ ਮੰਨੋਗੇ? ਰਾਜਨੀਤੀ ਵਿੱਚ ਰਹਿਣ ਵਾਲੇ ਰਾਜਨੀਤਿਕ ਲੋਕ ਦਸਤਾਰਾਂ ਬੰਨ ਕੇ ਅੰਮ੍ਰਿਤ ਛਕ ਕੇ ਵੀ ਜੇ ਆਪਣੀ ਪ੍ਰਜਾ ਦੇ ਨਾਲ ਵਿਸ਼ਵਾਸਘਾਤ ਕਰਨਗੇ, ਆਪਣੀ ਪ੍ਰਜਾ ਦਾ ਖੂਨ ਨਿਚੋੜ ਕੇ ਪੀਣਗੇ, ਕੀ ਭਾਗਾਂ ਵਾਲੇ ਉਹਨਾਂ ਵੀ ਸਿੱਖ ਮੰਨੋਗੇ? ਜਿਨ੍ਹਾਂ ਦੇ ਬਾਬਤ ਬਾਣੀ ਕਹਿੰਦੀ ਹੈ ਕਿ ਰਾਜਾ ਜਿਹੜਾ ਹੋਵੇ ਉਹ ਆਪਣੀ ਪ੍ਰਜਾ ਦੀ ਸੰਭਾਲ ਕਰਦਾ ਹੈ, ਤੇ ਜੇ ਰਾਜਾ ਹੀ ਆਪਣੀ ਪ੍ਰਜਾ ਦੀ ਵਾੜ ਬਣ ਕੇ ਉਸ ਖੇਤੀ ਨੂੰ ਖਾਣ ਲੱਗ ਜਾਵੇ ਤੇ ਇਹੋ ਜਿਹੇ ਰਾਜੇ ਤੇ धिक्कार ਹੈ। ਸਿੱਖੀ ਭਾਗਾਂ ਵਾਲਿਓ, ਸਾਡੇ ਅੰਦਰ ਕਿਰਦਾਰ ਹੋਵੇ। ਸਾਡੀ ਦਸਤਾਰ ਤਾਂ ਜ਼ਰੂਰੀ ਹੈ, ਸਾਡੇ ਕੇਸ ਵੀ ਜ਼ਰੂਰੀ ਹੈ, ਅੰਮ੍ਰਿਤ ਛਕਣਾ ਵੀ ਜ਼ਰੂਰੀ ਹੈ, ਪਰ ਭਾਗਾਂ ਵਾਲਿਓ ਜੇ ਤੁਸੀਂ ਕਹਿੰਦੇ ਜੇ ਕਿ ਸਿਰਫ ਇਹੀ ਸਿੱਖੀ ਹੈ ਤੇ ਜਿਹੜੇ ਇਹ ਲੋਕ ਆ ਕੰਮ ਕਰਦੇ ਫਿਰਦੇ ਨੇ, ਕੀ ਇਹ ਵੇਖ ਕੇ ਕਹੋਗੇ ਕਿ ਵਾਕਿਆ ਹੀ ਸਿੱਖ ਨੇ? ਸਿੱਖਾਂ ਦੀ ਦਿੱਖ ਵੇਖ ਕੇ ਅੰਦਾਜ਼ਾ ਲਾਉਣਾ ਛੱਡ ਦੋ ਕਿ ਇਹ ਸਿੱਖ ਨੇ। ਆਪਣੇ ਕਿਰਦਾਰ ਪੱਕੇ ਬਣਾਓ ਬਾਣੀ ਦੇ ਮੁਤਾਬਕ। ਤੁਹਾਡੇ ਅੰਦਰ ਬਾਣੀ ਵਾਲੀ ਵਿਚਾਰਧਾਰਾ ਹੋਵੇ, ਕਿਰਦਾਰ ਹੋਵੇ ਕਿ ਵਾਕਈ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਿੱਖਾਂ ਦੀ ਕੀਤੀ ਹੈ ਉਹ ਵਾਕਿਆ ਹੀ ਸਿੱਖ ਹੈ। ਉਹ ਦਿੱਖ ਕਰਕੇ ਸਿੱਖ ਨਹੀਂ, ਉਹ ਵਾਕਿਆ ਹੀ ਅੰਦਰੋਂ ਸਿੱਖ ਹੈ, ਅੰਦਰੋਂ ਸਿੱਖ। ਇਹ ਅੰਮ੍ਰਿਤ ਛਕ ਕੇ ਵੀ ਭਾਗਾਂ ਵਾਲਿਓ ਅਜੇ ਵੀ ਦਿਨਾਂ ਥਿੱਤਾਂ ਤੇ ਵਹਿਮਾਂ ਭਰਮਾਂ ਵਿੱਚ ਪਿਆ ਹੈ, ਉਹਨੂੰ ਸਿੱਖ ਮੰਨੋਗੇ? ਜੇ ਅੰਮ੍ਰਿਤ ਛਕ ਕੇ ਖੰਡੇ ਕੀ ਪੌੜ ਲੈ ਕੇ ਅੱਗੋਂ ਦੀ ਬਿੱਲੀ ਲੰਘ ਜਾਂਦੀ ਹੈ ਤੇ ਰੁਕ ਜਾਂਦਾ ਹੈ, ਕਹਿੰਦਾ ਕਿ ਮੈਂ ਜਾਣਾ ਨਹੀਂ, ਬਿੱਲੀ ਲੰਘ ਗਈ ਹੈ, ਕੀ ਉਹਨੂੰ ਵੀ ਸਿੱਖ ਮੰਨੋਗੇ? ਧਾਰਮਿਕ ਸਥਾਨਾਂ ਤੇ ਧਾਰਮਿਕ ਲਿਬਾਸ ਵਿੱਚ ਬੈਠੇ ਹੋਏ ਲੋਕ ਧਾਰਮਿਕ ਆਸਥਾ ਦੇ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਦੇ ਨਾਲ ਜੇ ਧਰੋਹ ਕਮਾਉਂਦੇ ਨੇ, ਕਿ ਉਹਨਾਂ ਨੂੰ ਵੀ ਧਾਰਮਿਕ ਬੰਦੇ ਮੰਨੋਗੇ? ਜਿਹੜੇ ਬੈਠੇ ਧਾਰਮਿਕ ਸਥਾਨਾਂ ਤੇ ਨੇ ਤੇ ਹੈ ਵੀ ਧਾਰਮਿਕ ਲਿਬਾਸਾਂ ਦੇ ਵਿੱਚ। ਇਹਦਾ ਅਰਥ ਹੈ ਸਾਡਾ ਲਿਬਾਸ, ਸਾਡੀ ਪਹਿਚਾਣ, ਪਰ ਜਿਹੜਾ ਕਿਰਦਾਰ ਅੰਦਰੋਂ ਹੈ ਸਿੱਖੀ ਵਾਲਾ, ਉਹ ਬਾਣੀ ਦੇ ਰਾਹੀਂ ਆਏਗਾ, ਬਾਣੀ ਦੇ ਵਿਚਾਰ ਰਾਹੀਂ ਆਏਗਾ। ਸਾਡੀ ਦਸਤਾਰ, ਸਾਡੇ ਕੇਸ, ਦਾੜਾ, ਅੰਮ੍ਰਿਤ ਛਕਣਾ ਇਹ ਬਹੁਤ ਜ਼ਰੂਰੀ ਹੈ, ਪਰ ਭਾਗਾਂ ਵਾਲਿਓ ਸਿਰਫ ਇਹਦੇ ਨਾਲ ਹੀ ਕੰਮ ਖਤਮ ਨਹੀਂ ਹੁੰਦਾ। ਸਿੱਖ ਜਿਹੜਾ ਹੁੰਦਾ ਉਹਦੇ ਅੰਦਰ ਬਾਣੀ ਦੀ ਵਿਚਾਰ ਹੋਵੇ, ਉਹਦੇ ਅੰਦਰ ਬਾਣੀ ਦਾ ਸਿਧਾਂਤ ਹੋਵੇ, ਬਾਣੀ ਵਾਲੇ ਤੇ ਰੱਬ ਵਾਲੇ ਗੁਣ ਉਹਦੇ ਅੰਦਰ ਹੋਣ, ਜਿਹਨੂੰ ਬਾਣੀ ਚ ਕਿਹਾ ਨਾ, ਸਤ ਗੁਰ ਕੀ ਜਿਸਨੋ ਮਤ ਆਵੇ, ਜਿਹਨੂੰ ਗੁਰੂ ਵਾਲੀ ਮਤ ਆ ਜਾਵੇ,
ਸੋ ਸਤਿਗੁਰ ਮਾਹੇ ਸਮਾਨਾ। ਉਹ ਗੁਰੂ ਦੇ ਵਿੱਚ ਸਮਾ ਜਾਂਦਾ ਹੈ। ਇਹ ਬਾਣੀ ਜੋ ਜੀਉ ਜਾਣੈ, ਇਹ ਬਾਣੀ ਹੈ ਜਿਹੜੀ ਅੰਦਰੋਂ ਹਿਰਦੇ ਚੋਂ ਜਾਣੇ। ਤੇ ਫਿਰ ਕੀ ਹੋਏਗਾ ਮਾਲਕ ਜੀ? ਤਿਸ ਅੰਤਰ ਰਵੈ ਹਰ ਨਾਮਾ। ਉਹਦੇ ਅੰਦਰ ਅਕਾਲ ਪੁਰਖ ਦਾ ਨਾਮ ਤੇ ਅਕਾਲ ਪੁਰਖ ਰਵਿਆ ਰਵੇਗਾ। ਪਰ ਅਸੀਂ ਆਪਣੇ ਦਿੱਖ ਤਾਂ ਬਣਾ ਲਈ, ਆਪਣੇ ਅੰਦਰ ਕਿਰਦਾਰ ਨਹੀਂ ਬਣਾ ਸਕੇ। ਤੁਸੀਂ ਬਹੁਤਾਤ ਗਿਣਤੀ ਅੱਜ ਸਿੱਖ ਵੇਖੋਗੇ, ਉਹ ਸਿੱਖੀ ਵਾਲਾ ਜਜ਼ਬਾ, ਸਰਬੱਤ ਦਾ ਭਲਾ ਵਾਲਾ ਜਜ਼ਬਾ, ਇਮਾਨਦਾਰੀ ਸਾਡੇ ਵਿੱਚੋਂ ਕਿਤੇ ਨਾ ਕਿਤੇ ਨਿਕਲ ਚੁੱਕੀ ਹੈ। ਬਹੁਤ ਘੱਟ ਸਿੱਖ ਨੇ ਜਿਨ੍ਹਾਂ ਨੂੰ ਗੁਰਬਾਣੀ ਨੇ ਵੀ ਵਿਰਲੇ ਕਿਹਾ, ਜਿਨ੍ਹਾਂ ਦੇ ਅੰਦਰ ਵਾਕਈ, ਜਿਨ੍ਹਾਂ ਦੇ ਕੋਲ ਪਹਿਚਾਣ ਤਾਂ ਹੈ, ਅੰਦਰ ਕਿਰਦਾਰ ਵੀ ਹੈ, ਦਸਤਾਰ ਦੇ ਨਾਲ ਨਾਲ ਉਹਨਾਂ ਦੇ ਅੰਦਰ ਵਿਚਾਰ ਵੀ ਹੈ, ਗੁਰਬਾਣੀ ਵਾਲੇ ਸਿਧਾਂਤ ਵੀ ਹਨ, ਜਿਨ੍ਹਾਂ ਨੇ ਵਾਕਈ ਗੁਰੂ ਦੀ ਸਿੱਖਿਆ ਤੇ ਅਮਲ ਕੀਤਾ ਹੈ। ਪਰ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਤੇ ਅਮਲ ਨਹੀਂ ਕੀਤਾ, ਤੇ ਉਹਨਾਂ ਬਾਰੇ ਬਾਬਾ ਕਬੀਰ ਸਾਹਿਬ ਜੀ ਨੇ ਕਹਿ ਹੀ ਦਿੱਤਾ, ਕਬੀਰ ਸਾਚਾ ਸਤਿਗੁਰ ਕਿਆ ਕਰੈ। ਸੱਚਾ ਗੁਰੂ ਵੀ ਉੱਥੇ ਕੀ ਕਰ ਸਕਦਾ? ਜੋ ਸਿੱਖਾਂ ਮੈਂ ਚੂਕ। ਜਦੋਂ ਸਿੱਖਣ ਵਾਲੇ ਵਿੱਚ ਹੀ ਉਕਾਈ ਹੋਵੇ। ਅੰਧੇ ਏਕ ਨਾ ਲਾਗਈ, ਜਿਉ ਪਾਸ ਵਜਾਈਐ ਫੂਕ। ਗਿਆਨ ਤੋਂ ਹੀਣੇ ਅੰਨੇ ਮਨੁੱਖ ਇੱਕ ਨਾਲ ਨਹੀਂ ਜੁੜਦੇ, ਇੱਕ ਵਿਚਾਰਧਾਰਾ ਨਾਲ ਨਹੀਂ ਜੁੜਦੇ। ਗੁਰੂ ਦੀ ਸਿੱਖਿਆ ਇੱਕ ਕੰਨ ਥਾਈ ਸੁਣੀ, ਦੂਜੇ ਥਾਣੀ ਕੱਢ ਦਿੱਤੀ। ਜਿਵੇਂ ਬੰਸਰੀ ਦੀ ਹਵਾ ਇੱਕ ਬੰਨੇ ਦੀ ਭਰੀ ਦੀ ਹੈ, ਦੂਜੇ ਸੁਰਾਖ ਥਾਣੀ ਨਿਕਲ ਜਾਂਦੀ ਹੈ। ਪਤਾ ਹੈ ਸਭ ਕੁਝ, ਪਰ ਆਪੋ ਆਪਣੀਆਂ ਜਥੇਬੰਦੀਆਂ ਬਣਾ ਲੀਆਂ, ਆਪੋ ਆਪਣੇ ਧੜੇ ਬਣਾ ਲਏ, ਸਿੱਖੀ ਦੇ ਨਾਮ ਤੇ ਡਾਲਰ ਵੀ ਇਕੱਠੇ ਕਰ ਲਏ, ਆਪਣੇ ਝੋਲੇ ਵੀ ਭਰ ਲਏ, ਐਸ਼ੋ ਆਰਾਮ ਵੀ ਕਰ ਰਹੇ ਨੇ। ਪਰ ਸਿੱਖੀ ਵਾਲਾ ਜਜ਼ਬਾਤ ਕਿਤੇ ਨਾ ਕਿਤੇ ਵਿੱਚੋਂ ਨਿਕਲ ਗਿਆ। ਦਿੱਖ ਸਿੱਖਾਂ ਵਾਲੀ ਬਣਾ ਕੇ ਸਿੱਖੀ ਦੀ ਵਿਚਾਰਧਾਰਾ ਤੋਂ ਉਲਟ ਕੰਮ ਕੀਤੇ ਗਏ, ਤੇ ਆਪਸ ਦੇ ਵਿੱਚ ਲੜ ਕੇ ਆਪਣੇ ਹੀ ਭਰਾਵਾਂ ਦੇ ਨਾਲ ਅਸੀਂ ਸਿੱਖੀ ਦਾ ਵਿਚਾਰਧਾਰਕ ਰੂਪ ਕਰਕੇ ਘਾਣ ਕਰ ਰਹੇ ਹਾਂ। ਇਹ ਕਿੱਥੋਂ ਦੀ ਸਿੱਖੀ ਹੈ ਭਾਗਾਂ ਵਾਲਿਓ? ਇਹ ਸਮਝਣ ਦਾ ਯਤਨ ਕਰਨਾ ਪਏਗਾ। ਆਪੋ ਆਪਣੀ ਜਿਹੜੀ ਅਸੀਂ ਛੱਜ ਬੰਨੀ ਫਿਰਦੇ ਆ ਨਾ, ਆਪੋ ਆਪਣਾ ਜਿਹੜਾ ਸਾਡੇ ਮਗਰ ਛੱਜ ਵੱਜਾ, ਆਪੋ ਆਪਣੇ ਅਸੀਂ ਗਰੁੱਪ ਬਣਾ ਲਏ, ਆਪੋ ਆਪਣੀਆਂ ਜਥੇਬੰਦੀਆਂ ਬਣਾ ਲਈਆਂ, ਤੇ ਕਿਤੇ ਨਾ ਕਿਤੇ ਇਹ ਘਾਤਕ ਜ਼ਰੂਰ ਹੈ। ਜਿਹੜੀ ਗੱਲ ਭਾਈ ਗੁਰਦਾਸ ਜੀ ਨੇ ਕੀਤੀ ਸੀ ਨਾ, ਉਸ ਸਮੇਂ ਆਪੋ ਧਾਪੀ ਹੋਏ ਕਿ ਨਿਆਰੇ ਨਿਆਰੇ ਧਰਮ ਚਲਾਏ। ਆਪੋ ਧਾਪੀ ਹੋ ਕੇ ਆਪੋ ਆਪਣੀਆਂ ਜਥੇਬੰਦੀਆਂ ਬਣਾ ਲਈਆਂ, ਆਪੋ ਆਪਣੇ ਧਰਮ ਬਣਾ ਲਏ। ਉਹ ਸਿੱਖੀ ਵਾਲੀ ਵਿਚਾਰ, ਸਿੱਖੀ ਵਾਲਾ ਜਜ਼ਬਾ, ਆਪੋ ਆਪਣੀਆਂ ਰੰਗ ਬਣ ਲਏ, ਗਾਤਰਿਆਂ ਦੇ ਰੰਗ ਬਣਾ ਲਏ, ਦਸਤਾਰਾਂ ਦੇ ਰੰਗ ਕਰ ਲਏ। ਕਿੱਧਰ ਨੂੰ ਤੁਰੇ ਜਾ ਰਹੇ ਹਾਂ ਭਾਗਾਂ ਵਾਲਿਓ? ਸਿੱਖ ਦੀ ਦਸਤਾਰ ਦਾ ਰੰਗ ਕੋਈ ਵੀ ਹੋਵੇ, ਸਿੱਖ ਦੇ ਗਾਤਰੇ ਦਾ ਰੰਗ ਕੋਈ ਵੀ ਹੋਵੇ, ਸਾਡਾ ਸੰਬੰਧ ਰੰਗ ਨਾਲ ਨਹੀਂ, ਸਾਡਾ ਸੰਬੰਧ ਦਸਤਾਰ ਨਾਲ ਹੈ। ਗਾਤਰਾ ਕਿਸੇ ਵੀ ਰੰਗ ਦਾ ਹੋਵੇ, ਸਾਡਾ ਸੰਬੰਧ ਕਿਰਪਾਨ ਨੂੰ ਸਾਂਭਣ ਦਾ ਹੈ। ਪਰ ਅਸੀਂ ਕਿੱਧਰ ਨੂੰ ਤੁਰੇ ਜਾ ਰਹੇ ਹਾਂ? ਉਹ ਸਿੱਖੀ ਵਾਲਾ ਕਿਰਦਾਰ, ਬਾਣੀ ਦੀ ਵਿਚਾਰ ਕਿਤੇ ਨਾ ਕਿਤੇ ਸਾਡੇ ਅੰਦਰੋਂ ਨਿਕਲਦੀ ਜਾ ਰਹੀ ਹੈ। ਇਹ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਅਸੀਂ ਸਿਰਫ ਜੋ ਸਾਡੀ ਦਿੱਖ ਹੈ ਸਿੱਖਾਂ ਵਾਲੀ, ਲੋਕਾਂ ਵੱਲ ਵੇਖ ਕੇ ਇਹ ਨਾ ਕਹੀਏ ਵਾਕਿਆ ਹੀ ਸਿੱਖ ਹੈ। ਸਿੱਖ ਕਿਰਦਾਰ ਦੱਸਦਾ ਹੈ, ਉਹਦੇ ਕੰਮ ਉਹ ਸਿੱਖੀ ਦੱਸਣਗੇ। ਦਸਤਾਰ ਜ਼ਰੂਰੀ ਹੈ, ਅੰਮ੍ਰਿਤ ਛਕਣਾ ਵੀ ਜ਼ਰੂਰੀ ਹੈ, ਪਰ ਜਦੋਂ ਵਾਕਿਆ ਹੀ ਕਵੇਗਾ ਮੈਂ ਬੇਈਮਾਨੀ ਨਹੀਂ ਕਰਨੀ, ਮੇਰੇ ਗੁਰੂ ਨੇ ਮਨਾ ਕੀਤਾ, ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਜਦੋਂ ਆ ਵਿਚਾਰ ਆਏਗੀ, ਵਾਕਿਆ ਹੀ ਕਵੇਗਾ ਇਹਦੇ ਅੰਦਰ ਸਿਰਫ ਦਸਤਾਰ ਨਹੀਂ, ਇਹਦੇ ਅੰਦਰ ਸਿੱਖੀ ਵਾਲਾ ਕਿਰਦਾਰ ਵੀ ਹੈ। ਜਦੋਂ ਬਾਣੀ ਦੀ ਵਿਚਾਰ ਪੜ੍ਹ ਕੇ ਪਤਾ ਲੱਗੇ ਕਿ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ, ਉਦੋਂ ਪਰਜਾ ਦੇ ਉੱਪਰ ਰਾਜ ਕਰਨ ਵਾਲੇ ਮੰਤਰੀ ਇਹ ਕਦੇ ਵੀ ਆਪਣਾ ਧਰਮ ਨਹੀਂ ਉਡਾਉਣਗੇ। ਉਹਨਾਂ ਨੂੰ ਪਤਾ ਹੋਏਗਾ ਯਾਰ ਅਸੀਂ ਰਾਜੇ ਕਸਾਈ ਬਣ ਚੁੱਕੇ ਹਾਂ, ਸਾਡਾ ਫਰਜ਼ ਪਰਜਾ ਦੀ ਸੰਭਾਲ ਕਰਨਾ ਹੈ, ਪਰਜਾ ਦਾ ਖੂਨ ਪੀਣਾ ਨਹੀਂ ਹੈ। ਉਦੋਂ ਉਹਦੀ ਬੰਨੀ ਹੋਈ ਦਸਤਾਰ ਜਿਹੜੀ ਹੈ, ਉਹ ਵਾਕਿਆ ਹੀ ਉਹਦੇ ਵੱਲ ਵੇਖ ਕੇ ਕਹੇਗਾ ਇਹ ਵਾਕਿਆ ਹੀ ਦਸਤਾਰ ਕਰਕੇ ਸਿੱਖ ਨਹੀਂ, ਇਹਦਾ ਕਿਰਦਾਰ ਵੀ ਸਿੱਖਾਂ ਵਾਲਾ ਹੈ, ਇਹਦੀ ਵਿਚਾਰ, ਇਹਦੀ ਬਾਣੀ ਦਾ ਸਿਧਾਂਤ ਵੀ ਸਿੱਖਾਂ ਵਾਲਾ ਹੈ।
ਇਹੀ ਗੱਲ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ। ਬੜੇ ਪਿਆਰੇ ਵਾਕ ਨੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਜੇ ਕੋਈ ਸਿੱਖ ਗੁਰੂ ਦੇ ਨਾਲ ਸਨਮੁਖ ਹੋ ਜੇ। ਹੁਣ ਇੱਥੇ ਸਿੱਖ ਲਫ਼ਜ਼ ਵਰਤਿਆ, ਇਹਦੀ ਅਗਲੀ ਪੌੜੀ ਹੈ। ਉਹ ਕਹਿੰਦੇ ਜੇ ਕੋ ਗੁਰ ਤੇ ਵੇ ਮੁਖ ਹੋਵੇ। ਹੁਣ ਇੱਥੇ ਸਿੱਖ ਲਫ਼ਜ਼ ਨਹੀਂ ਵਰਤਿਆ, ਕਿਉਂਕਿ ਜਿਹੜਾ ਗੁਰੂ ਤੋਂ ਬੇਮੁਖ ਹੋ ਜਾਂਦਾ ਉਹ ਸਿੱਖ ਹੀ ਨਹੀਂ ਹੁੰਦਾ। ਜਿਸ ਨੇ ਗੁਰੂ ਵੱਲ ਨੂੰ ਪਿੱਠ ਕਰ ਲਈ। ਹੁਣ ਗੁਰਦੁਆਰੇ ਜਦੋਂ ਜਾਈਦਾ ਨਾ, ਗੁਰਦੁਆਰਾ ਸਾਹਿਬ, ਤੇ ਜੇ ਕੋਈ ਗੁਰੂ ਵੱਲ, ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕਰਕੇ ਬਹਿ ਜੇ ਨਾ, ਤੇ ਉੱਥੇ ਗ੍ਰੰਥੀ ਸਿੰਘ, ਕੋਈ ਵੀ ਵਿਅਕਤੀ, ਆਮ ਸਿੱਖ ਵੀ ਹੋਵੇ, ਉਹ ਤੁਹਾਨੂੰ ਟੋਕੇਗਾ, ਕਹੇਗਾ ਗੁਰੂ ਵੱਲ ਪਿੱਠ ਨਾ ਕਰੋ। ਸਰੀਰਕ ਤੌਰ ਤੇ ਕੀਤੀ ਹੋਈ ਪਿੱਠ ਤਾਂ ਅਸੀਂ ਵੇਖ ਲਈ, ਪਰ ਜਿਹੜੇ ਲੋਕਾਂ ਨੇ ਗੁਰੂ ਵੱਲ ਨੂੰ ਵਿਚਾਰਧਾਰਾ ਕਰਕੇ ਪਿੱਠ ਕੀਤੀ ਹੈ, ਉਹਨਾਂ ਬਾਰੇ ਕੌਣ ਬੋਲੇਗਾ? ਗੁਰਦੁਆਰਾ ਸਾਹਿਬ ਦੇ ਵਿੱਚ ਬੈਠਾ ਹੋਇਆ ਕੋਈ ਬੱਚਾ ਵੀ ਹੋਵੇ ਨਾ, ਗੁਰੂ ਵੱਲ ਜੇ ਪਿੱਠ ਗਲਤੀ ਨਾਲ ਵੀ ਹੋ ਜੇ, ਤੇ ਜਿਹੜੇ ਬੰਦੇ ਨੂੰ ਸਿੱਖੀ ਦਾ ਊੜਾ ਐੜਾ ਵੀ ਨਹੀਂ ਨਾ ਆਉਂਦਾ, ਜਿਹੜਾ ਰੋਜ਼ ਰਾਤ ਨੂੰ ਰੱਜ ਕੇ ਸ਼ਰਾਬ ਪੀਂਦਾ ਹੈ, ਰੱਜ ਕੇ ਗਾਲਾਂ ਕੱਢਦਾ ਹੈ, ਕੋਈ ਮੜੀ ਨਹੀਂ ਛੱਡੀ, ਕੋਈ ਕਬਰ ਨਹੀਂ ਛੱਡੀ, ਉਹ ਵੀ ਟੋਕੇਗਾ ਆ ਕੇ। ਉਹ ਵੀ ਕਹੇਗਾ ਗੁਰੂ ਵੱਲ ਨੂੰ ਪਿੱਠ ਨਹੀਂ ਕਰੀਦੀ, ਤੂੰ ਪਿੱਛਾ ਕੀਤਾ ਹੈ ਗੁਰੂ ਵੱਲ ਨੂੰ। ਭਾਗਾਂ ਵਾਲਿਓ, ਸਰੀਰਕ ਕੀਤੀ ਹੋਈ ਪਿੱਠ ਗੁਰੂ ਵੱਲ ਨੂੰ ਦਿਸ ਗਈ, ਪਰ ਜਿਹੜੇ ਬੇਮੁਖ ਹੋਏ ਨੇ, ਜਿਨ੍ਹਾਂ ਨੇ ਗੁਰੂ ਨੂੰ ਤਿਲਾਂਜਲੀ ਦਿੱਤੀ ਹੈ, ਜਿਨ੍ਹਾਂ ਨੇ ਗੁਰੂ ਵੱਲ ਨੂੰ ਪਿੱਠ ਵਿਚਾਰਧਾਰਾ ਕਰਕੇ ਕੀਤੀ ਹੈ, ਉਹਨਾਂ ਬਾਰੇ ਕੌਣ ਬੋਲੇਗਾ? ਜਿਨ੍ਹਾਂ ਨੇ ਗੁਰੂ ਦੀ ਵਿਚਾਰਧਾਰਾ ਨੂੰ ਪਿੱਠ ਕੀਤੀ ਹੈ, ਜਿਨ੍ਹਾਂ ਨੇ ਕੋਈ ਮੜੀ ਨਹੀਂ ਛੱਡੀ, ਕੋਈ ਕਬਰ ਨਹੀਂ ਛੱਡੀ, ਸਿਰ ਝੁਕਾਉਣ ਤੋਂ ਬਿਨਾ ਹਰ ਇੱਕ ਕਬਰ ਤੇ ਸਿਰ ਝੁਕਾਇਆ, ਸਿੱਖੀ ਰੂਪ ਵਿੱਚ ਹੁੰਦਿਆਂ ਹੋਇਆਂ ਵੀ ਕੋਈ ਬਾਬਾ ਨਹੀਂ ਸੱਦਿਆ, ਕੋਈ ਸਾਧ ਪਖੰਡੀ ਨਹੀਂ ਸੱਦਿਆ, ਪੰਡਤ ਨੂੰ ਹੱਥ ਵੀ ਦਿਖਾਏ, ਸਭ ਕੁਝ ਕੀਤਾ। ਇਹਨਾਂ ਦੀ ਪਿੱਠ ਬਾਰੇ ਕੀ ਖਿਆਲ ਹੈ? ਇਹਨਾਂ ਦਾ ਗੁਰੂ ਵੱਲ ਨੂੰ ਮੂੰਹ ਹੈ? ਇਹਨਾਂ ਲੋਕਾਂ ਨੇ ਸਿਧਾਂਤਕ ਤੌਰ ਤੇ ਗੁਰੂ ਵੱਲ ਨੂੰ ਪਿੱਠ ਕੀਤੀ ਹੋਈ ਹੈ। ਗੁਰਦੁਆਰੇ ਜਾ ਕੇ ਅਰਦਾਸਾਂ ਵੀ ਕੀਤੀਆਂ, ਜਦੋਂ ਵਿਆਹ ਹੁੰਦਾ ਡੀਜੇ ਲਾ ਕੇ ਡਾਂਸਰਾਂ ਨਚਾਉਣੀਆਂ ਤੇ ਡਾਂਸਰਾਂ ਨਾਲ ਨੱਚਣਾ, ਸ਼ਰਾਬ ਪੀਣੀ ਸ਼ਰੇਆਮ, ਇਹ ਗੁਰੂ ਵੱਲ ਨੂੰ ਮੁੱਖ ਕੀਤਾ ਹੋਇਆ ਹੈ। ਇਹ ਸਰੀਰਕ ਤੌਰ ਤੇ ਕੀਤੀ ਹੋਈ ਪਿੱਠ ਸਾਨੂੰ ਦਿਸਦੀ ਹੈ। ਜਿਨ੍ਹਾਂ ਨੇ ਸਿਧਾਂਤਕ ਤੌਰ ਤੇ ਗੁਰੂ ਵੱਲ ਨੂੰ ਪਿੱਠ ਕੀਤੀ ਹੈ, ਸਿੱਖ ਪਰਿਵਾਰਾਂ ਨੇ, ਉਹਨਾਂ ਬਾਰੇ ਕੀ ਖਿਆਲ ਹੈ ਭਾਗਾਂ ਵਾਲਿਓ? ਜਿਨ੍ਹਾਂ ਲੋਕਾਂ ਨੇ, ਜਿਹੜੇ ਧਾਰਮਿਕ ਬੰਦਿਆਂ ਨੇ ਦਿੱਤਾ ਹੋਇਆ ਸੰਗਤ ਦਾ 1-1 ਰੁਪਈਆ ਦਸਵੰਧ ਰਾਜਨੀਤਿਕ ਲੋਕਾਂ ਲਈ ਵਰਤਿਆ, ਸਿੱਖੀ ਦੇ ਖਿਲਾਫ ਵਰਤਿਆ, ਸਿੱਖੀ ਦੇ ਖਿਲਾਫ ਬੋਲਣ ਵਾਲੇ ਬੰਦਿਆਂ ਲਈ ਵਰਤਿਆ, ਸਿੱਖੀ ਦੀ ਵਿਚਾਰਧਾਰਾ ਨੂੰ ਢਾਹ ਲਾਉਣ ਲਈ ਵਰਤਿਆ, ਗਲਤ ਕੰਮਾਂ ਲਈ ਤੇ ਆਪਣੇ ਨਿੱਜੀ ਐਸ਼ੋ ਪ੍ਰਸਤੀ ਦੇ ਲਈ ਵਰਤਿਆ। ਇਹਨਾਂ ਦੀ ਕੀਤੀ ਹੋਈ ਗੁਰੂ ਨੂੰ ਸਿਧਾਂਤਕ ਪਿੱਠ ਬਾਰੇ ਤੁਹਾਡਾ ਕੀ ਖਿਆਲ ਹੈ? ਇਹਦੇ ਬਾਰੇ ਵੀ ਬੋਲਾਂਗੇ, ਇਹਦੇ ਬਾਰੇ ਵੀ ਕੋਈ ਬੋਲੇ, ਪਰ ਨਹੀਂ, ਸਾਨੂੰ ਕੀਤੀ ਹੋਈ ਸਰੀਰਕ ਇੱਕ ਪਿੱਠ ਜਿਹੜੀ ਹੈ ਨਾ, ਕੋਈ ਗਲਤੀ ਨਾਲ ਕਰ ਰਹਿੰਦਾ, ਅਸੀਂ ਉਹਦੇ ਬਾਰੇ ਬੋਲਦੇ ਆ, ਉਸੇ ਵੇਲੇ ਟੋਕ ਦਈਦਾ। ਤੇ ਜਿਹੜੇ ਇਹ ਲੋਕ ਨੇ, ਇਹਨਾਂ ਨੂੰ ਕੌਣ ਟੋਕੇਗਾ? ਇਹਨਾਂ ਨੂੰ ਸਾਨੂੰ ਟੋਕਣਾ ਪਏਗਾ। ਪਰ ਜੇ ਸਾਡੇ ਅੰਦਰ ਬਾਣੀ ਵਾਲੀ ਵਿਚਾਰ ਹੋਵੇ, ਫੇਰ ਹੀ ਸਾਨੂੰ ਪਤਾ ਲੱਗੇਗਾ ਗੁਰੂ ਵੱਲ ਇਹਨਾਂ ਨੇ ਕਿਹੜੀ ਪਿੱਠ ਕੀਤੀ ਹੈ। ਹੁਣ ਬੜੇ ਪਿਆਰੇ ਵਾਕ ਨੇ। ਜਿਹੜਾ ਬੰਦਾ ਗੁਰੂ ਦੇ ਸਨਮੁਖ ਹੁੰਦਾ, ਸਿੱਖ ਹੀ ਉਹ ਹੈ। ਤੇ ਜਿਹਨੇ ਗੁਰੂ ਨੂੰ ਸਿਧਾਂਤਕ ਤੌਰ ਤੇ ਪਿੱਠ ਕੀਤੀ ਹੈ, ਗੁਰੂ ਸਾਹਿਬ ਨੇ ਸਿੱਖ ਲਫ਼ਜ਼ ਹੀ ਨਹੀਂ ਵਰਤਿਆ ਉਹਦੇ ਲਈ। ਕਹਿੰਦੇ ਜੇ ਕੋ ਗੁਰ ਤੇ ਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਬਿਨਾ ਸਤਿਗੁਰ ਤੋਂ ਇਹਨਾਂ ਵਿਕਾਰਾਂ ਦੇ ਵਿੱਚੋਂ ਖਲਾਸੀ ਨਹੀਂ ਮਿਲੇਗੀ, ਮੁਕਤੀ ਨਹੀਂ ਮਿਲੇਗੀ। ਪਾਵੇ ਮੁਕਤ ਨਾ ਹੋਰ ਥੈ, ਕੋਈ ਹੋਰ ਕਿਸੇ ਥਾਂ ਤੋਂ ਮੁਕਤੀ ਮਿਲੇਗੀ ਨਹੀਂ। ਪੁੱਛੋ ਬਬੇਕੀਆਂ ਜਾਏ, ਬਬੇਕੀਆਂ ਦਾ ਅਰਥ ਹੈ ਸਿਆਣੇ ਪਾਰਖੂ ਬੰਦੇ, ਉਹਨਾਂ ਨੂੰ ਜਾ ਕੇ ਵੀ ਪੁੱਛ ਲੋ, ਗੁਰੂ ਤੋਂ ਬਿਨਾ ਮੁਕਤੀ ਨਹੀਂ ਮਿਲਦੀ, ਵਿਕਾਰਾਂ ਤੋਂ ਮੁਕਤੀ ਨਹੀਂ ਮਿਲੇਗੀ, ਕਰਮ ਕਾਂਡਾਂ ਤੋਂ ਮੁਕਤੀ ਨਹੀਂ ਮਿਲੇਗੀ। ਅਨੇਕ ਜੂਨੀ ਭਰਮ ਆਵੇ, ਅਨੇਕਾਂ ਜੂਨਾਂ ਵਿੱਚ ਭਟਕਦਾ। ਜਦੋਂ ਕਾਮ ਆਉਂਦਾ ਹਾਥੀ ਬਣ ਜਾਂਦਾ,
ਕ੍ਰੋਧ ਵਿੱਚ ਕਦੀ ਕੁਝ ਬਣ ਜਾਂਦਾ ਹੈ, ਲਾਲਚ ਆਉਂਦਾ ਹੈ, ਕੁੱਤਾ ਬਣ ਜਾਂਦਾ ਹੈ, ਅਨੇਕ ਵਿਕਾਰਾਂ ਵਾਲੀਆਂ ਜੂਨਾਂ ਵਿੱਚ ਭਟਕਦਾ ਹੈ। ਅਨੇਕ ਜੂਨੀ ਭਰਮੇ ਆਵੇ, ਵਿਣ ਸਤਿਗੁਰ ਮੁਕਤ ਨਾ ਪਾਵੇ। ਫਿਰ ਮੁਕਤ ਪਾਏ ਲਾਗ ਚਰਨੀ, ਗੁਰੂ ਦੇ ਚਰਨਾਂ ਦੇ ਨਾਲ ਲੱਗ ਕੇ। ਚਰਨ ਕੀ ਨੇ? ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਗੁਰੂ ਦੇ ਸ਼ਬਦ ਰੂਪੀ ਚਰਨਾਂ ਦੇ ਨਾਲ ਲੱਗ ਕੇ, ਸ਼ਬਦ ਨਾਲ ਜੁੜ ਕੇ, ਫਿਰ ਮੁਕਤ ਪਾਏ ਲਾਗ ਚਰਨੀ। ਸਤਿਗੁਰੂ ਸ਼ਬਦ ਸੁਣਾਏ, ਗੁਰੂ ਦੇ ਸ਼ਬਦ ਦੁਆਰਾ ਜਦੋਂ ਹਿਰਦੇ 'ਚ ਵਸਿਆ ਗਿਆ। ਕਹੈ ਨਾਨਕ ਵਿਚਾਰ ਦੇਖੋ, ਵਿਚਾਰ ਕੇ ਵੇਖ ਲੋ, ਪਰਖ ਲਵੋ ਇੱਕ ਵਾਰੀ। ਬਿਨ ਸਤਿਗੁਰ ਮੁਕਤ ਨਾ ਪਾਏ, ਬਿਨਾ ਸਤਿਗੁਰੂ ਤੋਂ ਮੁਕਤੀ ਮਿਲੇਗੀ ਨਹੀਂ। ਜੀਵਨ ਮੁਕਤ ਕਹਾਏ, ਜਿਉਂਦਿਆਂ ਜੀ ਮੁਕਤੀ ਚਾਹੀਦੀ ਹੈ। ਸਿੱਖ ਦੀ ਮੁਕਤੀ ਮਰਨ ਤੋਂ ਬਾਅਦ ਵਾਲੀ ਨਹੀਂ ਹੈ। ਸਿੱਖ ਨੇ ਮੁਕਤੀ ਜਿਉਂਦਿਆਂ ਜੀ ਪ੍ਰਾਪਤ ਕਰਨੀ ਹੈ। ਵਿਕਾਰਾਂ ਤੋਂ ਮੁਕਤੀ, ਕਰਮ ਕਾਂਡਾਂ ਤੋਂ ਮੁਕਤੀ, ਬੇਈਮਾਨੀ ਤੋਂ ਮੁਕਤੀ, ਇਹ ਮੁਕਤੀ ਹੈ। ਕਹੈ ਨਾਨਕ ਵਿਚਾਰ ਦੇਖੋ, ਐਨ ਸਤਿਗੁਰ ਮੁਕਤ ਨਾ ਪਾਏ। ਬਿਨਾ ਗੁਰੂ ਤੋਂ ਮੁਕਤੀ ਨਹੀਂ ਮਿਲੇਗੀ। ਤੇ ਗੁਰੂ ਕਿਹੜਾ ਹੈ? ਉਹ ਪੂਰਾ ਗੁਰੂ। ਬਾਬਾ ਕਬੀਰ ਸਾਹਿਬ ਨੇ ਇਹੀ ਗੱਲ ਸਮਝਾਉਣ ਦਾ ਯਤਨ ਕੀਤਾ ਹੈ। ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਕ ਨਾ ਲਾਗਈ, ਜਿਉ ਬਾਂਸ ਬਜਾਈਏ ਫੂਕ। ਜਿਹਨੂੰ ਵਿਦਿਆਰਥੀ ਦੇ ਪੜ੍ਹਨ ਦਾ ਮਨ ਹੋਵੇ ਨਾ, ਤੇ ਟੀਚਰ ਪੜ੍ਹਾ ਰਿਹਾ ਹੋਵੇ, ਵਿਦਿਆਰਥੀ ਪੁੱਛਦਾ ਹੈ ਔਰ ਪੁੱਛਦਾ ਹੈ, ਉਹਦੀ ਸਿੱਖਣ ਦੀ ਚਾਹਤ ਹੈ। ਜਿਹਦੀ ਸਿੱਖਣ ਦੀ ਚਾਹਤ ਨਹੀਂ ਹੈ, ਉਹ ਕਲਾਸ 'ਚ ਬੈਠਾ ਹੋਇਆ, ਟੀਚਰ ਪੜ੍ਹਾ ਰਿਹਾ, ਉਹ ਇੱਕ ਥਾਂ ਕੰਨ ਥਾਣੀ ਸੁਣ ਰਿਹਾ, ਦੂਜੇ ਥਾਂ ਕੱਢੀ ਜਾ ਰਿਹਾ। ਕਿੰਨੇ ਵਿਦਿਆਰਥੀ ਹੁੰਦੇ ਨੇ ਕਲਾਸ 'ਚ, ਟੀਚਰ ਸਾਰਿਆਂ ਨੂੰ ਇੱਕੋ ਜਿਹਾ ਪੜ੍ਹਾ ਰਿਹਾ। ਉਹਨਾਂ ਵਿੱਚੋਂ ਪਾਸ ਹੋ ਜਾਂਦੇ ਨੇ, ਉਹਨਾਂ ਵਿੱਚੋਂ ਫੇਲ ਹੋ ਜਾਂਦੇ। ਪੜ੍ਹਾਇਆ ਤੇ ਸਭ ਨੂੰ ਇੱਕ ਸੀ ਨਾ। ਜਿਨ੍ਹਾਂ ਨੇ ਇੱਕ ਕੰਨ ਥਾਣੀ ਸੁਣਿਆ, ਦੂਜੇ ਥਾਣੀ ਕੱਢ ਦਿੱਤਾ, ਉਹ ਫੇਲ ਹੋ ਗਏ। ਜਿਨ੍ਹਾਂ ਨੇ ਸੁਣਿਆ, ਮਨ 'ਚ ਵਸਾਇਆ, ਅਮਲ ਕੀਤਾ, ਪੜ੍ਹਿਆ, ਉਹ ਪਾਸ ਹੋ ਗਏ। ਤੇ ਜਿਨ੍ਹਾਂ ਨੂੰ, ਕਈਆਂ ਨੂੰ ਤੇ ਗੁਰੂ ਹੀ ਫਿਰ ਅੰਨਾ ਮਿਲ ਜਾਂਦਾ ਹੈ। ਕਈਆਂ ਨੂੰ ਤੇ ਸਿੱਖਿਆ ਦੇਣ ਵਾਲਾ ਹੀ ਜਿਹੜਾ ਹੈ, ਉਹ ਅੰਨਾ ਮਿਲ ਜਾਂਦਾ ਗਿਆਨ ਤੋਂ ਹੀ ਨਾ। ਤੇ ਕਿੰਨੇ ਬਣੇ ਹੋਏ ਨੇ ਅੱਜ ਤੁਸੀਂ ਵੇਖ ਲਓ, ਵਿਅਕਤੀਗਤ ਤੌਰ ਤੇ ਗਰੁੱਪ ਬਣੇ ਹੋਏ ਨੇ। ਅਸੀਂ ਗਰੁੱਪਾਂ ਦੇ ਮੁਤਾਬਕ ਚੱਲਦੇ, ਅਸੀਂ ਬੰਦਿਆਂ ਨੂੰ ਸਭ ਕੁਝ ਮੰਨ ਲਿਆ, ਬਾਣੀ ਛੱਡ ਦਿੱਤੀ। ਅਸੀਂ ਇਹ ਮੰਨ ਲਿਆ ਉਸ ਪ੍ਰਚਾਰਕ ਨੇ ਇੰਜ ਕਿਹਾ, ਉਸ ਬਾਬੇ ਨੇ ਇੰਜ ਕਿਹਾ। ਪਹਿਲਾਂ ਬਾਬਿਆਂ ਦੀਆਂ ਗੱਲਾਂ ਹੁੰਦੀਆਂ ਸਨ, ਬਾਬਿਆਂ ਦੇ ਚੇਲੇ ਹੁੰਦੇ ਸਨ। ਅੱਜ ਕੱਲ ਪ੍ਰਚਾਰਕਾਂ ਦੇ ਵੀ ਹੋਣ ਲੱਗ ਪਏ। ਪਹਿਲਾਂ ਕਹਿੰਦੇ ਅਸੀਂ ਉਹ ਡੇਰੇ ਦਾ ਨਾਮ ਲਿਆ, ਸਾਡੇ ਬਾਬਾ ਜੀ ਤੇ ਇੰਜ ਕਹਿੰਦੇ ਨੇ। ਅੱਜ ਕੱਲ ਕਹਿੰਦੇ ਪ੍ਰਚਾਰਕ, ਸਾਡੇ ਪ੍ਰਚਾਰਕ ਜੀ ਇੰਜ ਕਹਿੰਦੇ ਨੇ। ਕਿਉਂ ਭਾਈ? ਅਸੀਂ ਬਾਬਿਆਂ ਤੋਂ ਢਾਉਂਦੇ ਸੀ, ਅਸੀਂ ਪ੍ਰਚਾਰਕਾਂ ਦੇ ਨਾਲ ਜੁੜਨ ਲੱਗ ਪਏ। ਨਾ ਪ੍ਰਚਾਰਕ ਨਾਲ ਜੁੜਨਾ, ਨਾ ਵਿਅਕਤੀਗਤ ਸਾਧਾਂ ਨਾਲ, ਬ੍ਰਹਮ ਗਿਆਨੀਆਂ ਨਾਲ, ਆਪੂ ਬਣਿਆਂ ਨਾਲ ਜੁੜਨਾ, ਬਾਣੀ ਨਾਲ ਜੁੜਨਾ ਹੈ। ਸਾਡਾ ਸੰਬੰਧ ਗੁਰੂ ਹੈ, ਸਾਡਾ ਸੰਬੰਧ ਬਾਣੀ ਹੈ, ਬਾਣੀ ਦੀ ਵਿਚਾਰਧਾਰਾ ਹੈ। ਇਸੇ ਬਾਣੀ ਨੇ ਕਿਹਾ ਹੈ। ਫਿਰ ਅਸੀਂ ਗੱਲਾਂ ਵੀ ਉਹੋ ਜਿਹੀਆਂ ਕਰਦੇ ਆ ਨਾ। ਹੁਣ ਬਾਣੀ ਨੇ ਤੇ ਫਿਰ ਕਹਿ ਹੀ ਦਿੱਤਾ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ, ਗੁਰੂ ਜਿਨ੍ਹਾਂ ਕਾ ਅੰਧੁਲਾ, ਜਿਨ੍ਹਾਂ ਦਾ ਗੁਰੂ ਹੀ ਗਿਆਨ ਤੋਂ ਹੀਣਾ ਤੇ ਅੰਨਾ। ਸਿੱਖ ਭੀ ਅੰਧੇ ਕਰਮ ਕਰੇਣ, ਉਹਦੇ ਤੋਂ ਸਿੱਖਿਆ ਲੈਣ ਵਾਲੇ ਵੀ, ਉਹਦੇ ਤੋਂ ਸਿੱਖਣ ਵਾਲੇ ਵੀ, ਉਹ ਵੀ ਗਿਆਨ ਤੋਂ ਹੀਣੇ ਆ। ਐਵੇਂ ਜਬਲੀਆਂ ਮਾਰਨਗੇ, ਜਬਲੀਆਂ ਵਾਲੇ ਕੰਮ ਕਰਨਗੇ। ਗੁਰੂ ਜਿਨ੍ਹਾਂ ਕਾ ਅੰਧੁਲਾ, ਸਿੱਖ ਭੀ ਅੰਧੇ ਕਰਮ ਕਰੇਣ। ਓਏ ਭਾਣੇ ਚੱਲਣ ਆਪਣੇ, ਨਿਤ ਝੂਠੋ ਝੂਠ ਬੋਲੇਣ। ਆਪਣੇ ਭਾਣੇ ਵਿੱਚ ਆਪਣੀ ਮਰਜ਼ੀ 'ਚ ਹੀ ਚੱਲਦੇ ਨੇ ਫਿਰ, ਤੇ ਸਦਾ ਹੀ ਫਿਰ ਝੂਠ ਬੋਲਣਗੇ। ਇੱਕ ਝੂਠ ਨੂੰ ਬਚਾਉਣ ਲਈ ਉਹਨਾਂ ਨੇ ਆਪਣੇ ਬਾਬੇ ਨੂੰ ਸੱਚ ਸਾਬਤ ਕਰਨਾ ਹੁੰਦਾ, ਭਾਵੇਂ ਕਰੋੜਾਂ ਝੂਠ ਬੋਲਣੇ ਪੈ ਜਾਣ। ਅੱਜ ਵੀ ਇਸੇ ਤਰ੍ਹਾਂ ਹੋ ਰਿਹਾ, ਆਪਣੇ ਪ੍ਰਚਾਰਕ ਨੂੰ ਸਹੀ ਕਰੋ, ਭਾਵੇਂ ਕਰੋੜਾਂ ਝੂਠ ਬੋਲਣੇ ਪੈ ਜਾਣ। ਭਾਗਾਂ ਵਾਲੇ, ਸਾਡਾ ਸੰਬੰਧ ਬਾਣੀ ਨਾਲ ਹੈ। ਜਥੇਬੰਦੀਆਂ ਤੇ ਗਰੁੱਪ ਨਾ ਬਣਾਓ, ਕੌਮ ਨੂੰ ਇੱਕ ਹੋਣ ਦਿਓ। ਬੇਨਤੀ ਹੈ ਮੇਰੀ, ਕੌਮ ਨੂੰ ਇੱਕ ਹੋਣ ਦਿਓ।
ਆਪੂ ਲੜਾਈਆਂ ਪਾ ਕੇ ਸਿੱਖੀ ਦਾ ਨੁਕਸਾਨ ਨਾ ਕਰੀਏ ਭਾਗਾਂ ਵਾਲਿਓ। ਦੂਜਿਆਂ ਤੇ ਤੁਮਤਾ ਲਾਉਂਦੇ ਨੇ, ਸਾਡੇ ਨੌਜਵਾਨ ਮਰ ਗਏ, ਫਲਾਣਾ ਹੋ ਗਿਆ। ਭਾਗਾਂ ਵਾਲਿਓ, ਆ ਵਿਚਾਰਧਾਰਾ ਰੂਪ ਕਰਕੇ ਵੰਡੀਆਂ ਪਾ ਕੇ ਜਥੇਬੰਦੀਆਂ ਬਣਾ ਕੇ ਆਪਸ ਵਿੱਚ ਨਫ਼ਰਤ ਪੈਦਾ ਕਰ ਰਹੇ ਹੋ। ਕਿ ਇਹ ਨੁਕਸਾਨ ਨਹੀਂ ਹੈ? ਇਹ ਵੀ ਨੁਕਸਾਨ ਹੈ। ਸਾਨੂੰ ਸਮਝਣ ਦੀ ਲੋੜ ਹੈ ਭਾਗਾਂ ਵਾਲਿਓ। ਮਿਠਾਸ ਭਰੀ ਬੋਲੀ ਦੇ ਵਿੱਚ ਬੜੇ ਪਿਆਰ ਦੇ ਨਾਲ ਇੱਕਮਿਕ ਹੋ ਕੇ ਰਲ ਮਿਲ ਕੇ ਮਸਲੇ ਹੱਲ ਕਰੀਏ। ਸਾਡਾ ਇੱਕੋ ਹੀ ਇਸ਼ਟ ਹੈ, ਉਹ ਹੈ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ, ਸਿਧਾਂਤ, ਬਾਣੀ। ਅਸੀਂ ਬਾਣੀ ਨਾਲ ਜੁੜੀਏ, ਬਾਣੀ ਨੂੰ ਸੁਣਾਉਣ ਵਾਲੇ ਤੇ ਬਾਣੀ ਦੇ ਅਰਥ ਕਰਨ ਵਾਲਿਆਂ ਨਾਲ ਨਾ ਜੁੜੀਏ। ਇਹ ਸਿੱਖ ਦਾ ਕਿਰਦਾਰ ਹੈ। ਆਓ ਭਾਗਾਂ ਵਾਲੇ ਹੋਈਆਂ ਭੁੱਲਾਂ ਦੀ ਖਿਮਾ, ਲਫ਼ਜ਼ ਗੁਰੂ ਦੇ ਜਾਣ ਕੇ ਹਿਰਦੇ ਅੰਦਰ ਵਸਾਉਣੇ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।